ਮੇਰੇ ਪੱਟ 'ਤੇ ਪਿਛਲੇ 25 ਦਿਨਾਂ ਤੋਂ ਉਹ ਨਿਸ਼ਾਨ ਹਰ ਰੋਜ਼ ਹੁੰਦਾ ਸੀ। ਮੈਂ ਬਹੁਤ ਪਰੇਸ਼ਾਨ ਸੀ। ਜਦੋਂ ਮੈਂ ਨਹਾਉਂਦੀ ਤਾਂ ਨਿਸ਼ਾਨ ਫਿੱਕਾ ਪੈ ਜਾਂਦਾ ਤੇ ਰਾਤ ਨੂੰ ਫਿਰ ਉਹ ਨਿਸ਼ਾਨ ਗੂੜ੍ਹਾ ਹੋ ਜਾਂਦਾ। ਆਖਰਕਾਰ ਉਹ ਕੌਣ ਸੀ ਜੋ ਇਹ ਨਿਸ਼ਾਨ ਬਣਾਉਂਦਾ ਸੀ? ਮੈਂ ਸ਼ੱਕ ਵੀ ਕਿਸ 'ਤੇ ਕਰਦੀ? ਘਰ ਵਿੱਚ ਮੇਰੇ ਤੋਂ ਇਲਾਵਾ 2 ਲੋਕ ਸੀ, ਇੱਕ ਮੇਰਾ ਸਹੁਰਾ ਤੇ ਦੂਜੀ ਕੰਮ ਵਾਲੀ ਕੁੜੀ ਜੋ ਮੇਰੀ ਹੀ ਉਮਰ ਦੀ ਸੀ। ਦਰਅਸਲ ਮੇਰੇ ਘਰਵਾਲੇ ਨੂੰ ਵਿਆਹ ਤੋਂ 20 ਦਿਨ ਬਾਅਦ ਹੀ ਵਿਦੇਸ਼ ਜਾਣਾ ਪਿਆ। ਕਿਉਂਕਿ ਉਹ ਵਿਦੇਸ਼ ਵਿੱਚ ਨੌਕਰੀ ਕਰਦੇ ਸੀ। ਮੇਰਾ ਘਰਵਾਲਾ ਮਾਂ-ਬਾਪ ਦਾ ਇਕਲੌਤਾ ਮੁੰਡਾ ਸੀ। ਉਹ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਮੈਂ ਤੇਰਾ ਵੀਜ਼ਾ ਲਗਵਾ ਕੇ ਤੈਨੂੰ ਆਪਣੇ ਕੋਲ ਬੁਲਾ ਲਵਾਂਗਾ। ਕਿਉਂਕਿ ਮੇਰਾ ਦਿਲ ਨਹੀਂ ਸੀ ਲੱਗਦਾ। ਇਹ ਵੀ ਸ਼ੁਕਰ ਸੀ ਕਿ ਘਰ ਵਿੱਚ ਇੱਕ ਕੁੜੀ ਸੀ ਜਿਸਨੂੰ ਮੇਰੇ ਘਰਵਾਲੇ ਨੇ ਵਿਆਹ ਤੋਂ ਕੁਝ ਦਿਨ ਬਾਅਦ ਰੱਖਿਆ ਸੀ ਤਾਂ ਜੋ ਲੋਕ ਗੱਲਾਂ ਨਾ ਕਰਨ। ਉਹ ਸਾਰਾ ਘਰ ਦਾ ਕੰਮ ਕਰਦੀ ਤੇ ਰਾਤ ਨੂੰ ਮੇਰੇ ਨਾਲ ਸੌਂਦੀ। ਮੇਰਾ ਸਹੁਰਾ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਇਨਸਾਨ ਸੀ। ਉਹਨਾਂ ਦਾ ਸਾਰਾ ਸਮਾਂ ਆਪਣੇ ਕਮਰੇ ਵਿੱਚ ਜਾਂ ਫਿਰ ਲੌਬੀ ਵਿੱਚ ਹੀ ਨਿਕਲ ਜਾਂਦਾ ਸੀ। ਉਹ ਰਾਤ ਨੂੰ ਰੋਟੀ ਖਾਣ ਤੋਂ ਪਹਿਲਾਂ 15 ਮਿੰਟ ਉਹ ਆਪਣੇ ਹੱਥਾਂ ਨੂੰ ਹੀ ਧੋਈ ਜਾਂਦੇ ਸੀ। ਪੂਰੀ ਤਸੱਲੀ ਹੋਣ ਤੋਂ ਬਾਅਦ ਹੀ ਰੋਟੀ ਖਾਂਦੇ ਸਨ। ਪੂਰਾ ਦਿਨ ਟੀਵੀ ਦੇਖਦੇ ਰਹਿੰਦੇ ਸੀ। ਮੈਨੂੰ ਵੀ ਜ਼ਿਆਦਾ ਨਹੀਂ ਬੁਲਾਉਂਦੇ ਸੀ। ਜੇ ਕੋਈ ਕੰਮ ਹੋਵੇ ਉਦੋਂ ਹੀ ਆਵਾਜ਼ ਮਾਰਦੇ ਸੀ। ਮੈਂ ਸਾਰਾ ਦਿਨ ਉਸ ਕੁੜੀ ਤੋਂ ਘਰ ਦਾ ਕੰਮ ਕਰਵਾਉਣ ਵਿੱਚ ਲੱਗੀ ਰਹਿੰਦੀ ਸੀ ਅਤੇ ਉਸ ਨਾਲ ਹੀ ਗੱਲਾਂ ਕਰਦੀ ਰਹਿੰਦੀ ਸੀ। ਮੇਰੇ ਘਰਵਾਲੇ ਨਾਲ ਮੇਰੀ ਗੱਲ 2-3 ਦਿਨਾਂ ਬਾਅਦ ਹੋ ਜਾਂਦੀ ਸੀ। ਮੈਂ ਹਰ ਵਾਰੀ ਆਪਣੇ ਵੀਜ਼ੇ ਬਾਰੇ ਪੁੱਛਦੀ ਤਾਂ ਕਹਿ ਦਿੰਦੇ, ਕੋਸ਼ਿਸ਼ ਕਰ ਰਿਹਾ ਹਾਂ। ਇੱਕ ਦਿਨ ਮੈਂ ਕੁੜੀ ਨੂੰ ਕਿਹਾ ਕਿ ਤੂੰ ਪਿਤਾ ਜੀ ਦੇ ਕਮਰੇ ਵਿੱਚ ਸਫਾਈ ਕਰ ਦੇ ਤੇ ਉਹ ਬੋਲੀ, ਦੀ ਤੁਸੀਂ ਮੇਰੇ ਨਾਲ ਚੱਲੋ। ਉਹ ਕੁਝ ਨਾ ਕੁਝ ਕਰਵਾਈ ਜਾਂਦੇ ਹਨ ਅਤੇ ਉਹ ਅਜੀਬ ਨਜ਼ਰਾਂ ਨਾਲ ਮੇਰੇ ਵੱਲ ਦੇਖਦੇ ਹਨ ਤੇ ਮੈਂ ਉਸਨੂੰ ਕਿਹਾ ਕਿ ਇੱਦਾਂ ਦਾ ਕੁਝ ਨਹੀਂ। ਉਹ ਬੋਲੀ ਕਿ ਨਹੀਂ ਦੀ, ਕੱਲ੍ਹ ਮੈਨੂੰ ਕਹਿੰਦੇ ਗਰਮੀ ਬਹੁਤ ਹੈ, ਮੈਂ ਨਹਾਉਣ ਜਾ ਰਿਹਾ ਹਾਂ, ਤੂੰ ਚੁੰਨੀ ਲਾ ਕੇ ਕੰਮ ਕਰ ਲਈ। ਮੈਂ ਕਿਹਾ ਤੈਨੂੰ ਆਪਣੀ ਧੀ ਸਮਝ ਕੇ ਕਿਹਾ ਹੋਣਾ। ਉਹ ਬੋਲੀ ਨਹੀਂ, ਮੈਂ ਬਹੁਤ ਘਰਾਂ ਵਿੱਚ ਕੰਮ ਕੀਤਾ ਹੈ। ਉਹ ਕੁੜੀ ਮੇਰੇ ਕਮਰੇ ਵਿੱਚ ਫਰਸ਼ 'ਤੇ ਪਈ ਤੇ ਸੌਂ ਗਈ। ਮੈਂ ਜਾਗ ਰਹੀ ਸੀ। ਇਹ ਸੋਚ ਰਹੀ ਸੀ ਕਿ ਇਹ ਨਿਸ਼ਾਨ ਕੌਣ ਬਣਾਉਂਦਾ ਹੈ। 2 ਵੱਜ ਗਏ ਸਨ ਤੇ ਸਾਰਾ ਦਿਨ ਮੈਂ ਥੱਕ ਚੁੱਕੀ ਸੀ। ਮੈਨੂੰ ਨੀਂਦ ਆ ਗਈ। ਇੱਕ ਦਿਨ ਮੈਂ ਆਪਣੇ ਸਹੁਰੇ ਨੂੰ ਉਂਗਲਾਂ ਨਾਲ ਕਾਗਜ਼ 'ਤੇ ਕੁਝ ਲਿਖਦੇ ਵੇਖਿਆ ਤੇ ਮੈਂ ਡਰ ਗਈ। ਉਹਨਾਂ ਨੇ ਜਦੋਂ ਮੈਨੂੰ ਕਮਰੇ ਵਿੱਚ ਦੇਖਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਇੱਦਾਂ ਨਹੀਂ ਜਾਈਦਾ। ਉਹਨਾਂ ਨੂੰ ਮੈਂ ਸ਼ਾਮ ਦੀ ਚਾਹ ਦੇਣ ਗਈ ਸੀ। ਉਹਨਾਂ ਦੀ ਆਵਾਜ਼ ਸੁਣ ਕੇ ਮੈਂ ਕਮਰੇ ਵਿੱਚ ਆ ਗਈ। ਮੈਂ ਇੰਨੀ ਡਰ ਗਈ ਸੀ ਕਿ ਦਿਲ ਬਾਹਰ ਆਉਣ ਵਾਲਾ ਹੋ ਗਿਆ। ਮੇਰਾ ਦਿਮਾਗ ਵਿੱਚ ਫਿਰ ਉਹੀ ਨਿਸ਼ਾਨ ਘੁੰਮਣ ਲੱਗਾ। ਮੈਂ ਸੋਚਿਆ ਕਿ ਨਿਸ਼ਾਨ ਮੇਰੇ ਸਹੁਰੇ ਨੇ ਬਣਾਏ ਹਨ, ਪਰ ਮੈਂ ਸੋਚਿਆ ਉਹ ਤਾਂ ਮੇਰੇ ਪਾਪਾ ਵਰਗੇ ਹਨ। ਇਹ ਉਸੇ ਰੰਗ ਦੀ ਸਿਆਹੀ ਸੀ। ਮੈਂ ਆਪਣੇ ਕਮਰੇ ਵਿੱਚੋਂ ਨਿਕਲ ਕੇ ਕਿਚਨ ਵਿੱਚ ਕੰਮ ਲਈ ਕੁੜੀ ਕੋਲ ਗਈ। ਉਹ ਭਾਂਡੇ ਸਾਫ਼ ਕਰ ਰਹੀ ਸੀ ਤੇ ਮੇਰਾ ਸਹੁਰਾ ਉਸਦੇ ਬਿਲਕੁਲ ਪਿੱਛੇ ਖੜ੍ਹਾ ਸੀ। ਮੈਨੂੰ ਬਹੁਤ ਅਜੀਬ ਲੱਗਿਆ। ਮੈਂ ਪੁੱਛਿਆ, ਤੁਸੀਂ ਕੀ ਕਰ ਰਹੇ ਹੋ? ਮੈਨੂੰ ਵੇਖ ਕੇ ਉਹ ਘਬਰਾ ਗਏ ਤੇ ਪਿੱਛੇ ਹਟ ਗਏ। ਕੰਮ ਵਾਲੀ ਕੁੜੀ ਨੇ ਪਿੱਛੇ ਮੁੜ ਕੇ ਦੇਖਿਆ, ਘਬਰਾ ਗਈ। ਮੈਂ ਉਸ ਵੱਲ ਧਿਆਨ ਨਾ ਦਿੱਤਾ ਤੇ ਫਿਰ ਪੁੱਛਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ? ਉਹ ਬੋਲੇ ਕਿ ਇਹ ਕੰਮ ਵਾਲੀ ਕੁੜੀ ਝਾੜੂ ਵਾਲੇ ਹੱਥ ਧੋਏ ਬਿਨਾਂ ਭਾਂਡੇ ਸਾਫ਼ ਕਰਦੀ ਹੈ। ਮੈਂ ਇਸ ਨੂੰ ਹਟਾਵਾਂਗਾ ਕਿਉਂਕਿ ਇਹ ਸਫਾਈ ਨਹੀਂ ਰੱਖਦੀ ਅਤੇ ਸਾਨੂੰ ਗੰਦੇ ਭਾਂਡੇ ਵਿੱਚ ਜੀ ਖਾਣਾ ਖਵਾਉਂਦੀ ਹੈ। ਮੇਰੇ ਮੁੰਡੇ ਦੇ ਪੈਸੇ ਹਰਾਮ ਦੇ ਨਹੀਂ ਹਨ। ਕੁੜੀ ਬੋਲੀ, ਤੁਸੀਂ ਇੱਦਾਂ ਨਾ ਕਹੋ, ਮੈਂ ਆਪਣੇ ਹੱਥ ਧੋ ਕੇ ਭਾਂਡੇ ਸਾਫ਼ ਕਰ ਰਹੀ ਹਾਂ। ਤੁਸੀਂ ਝੂਠ ਬੋਲ ਰਹੇ ਹੋ। ਮੈਂ ਅਜਿਹਾ ਕੁਝ ਨਹੀਂ ਕੀਤਾ। ਕੰਮ ਵਾਲੀ ਵੀ ਰੋਣ ਲੱਗੀ ਤੇ ਬੋਲੀ, ਮੈਂ ਕੰਮ ਛੱਡ ਕੇ ਜਾ ਰਹੀ ਹਾਂ। ਮੈਂ ਬੜੀ ਮੁਸ਼ਕਿਲ ਨਾਲ ਉਹਨੂੰ ਮਨਾਇਆ ਕਿ ਮੈਂ ਹੀ ਭਾਂਡੇ ਸਾਫ਼ ਕਰ ਦਾਂਗੀ, ਪਰ ਕੰਮ ਛੱਡ ਕੇ ਨਾ ਜਾਈਂ, ਕਿਉਂਕਿ ਮੈਂ ਵੀ ਇਕੱਲੇ ਨਹੀਂ ਸੀ ਰਹਿਣਾ ਚਾਹੁੰਦੀ। ਮੈਂ ਰਸੋਈ ਵਿੱਚੋਂ ਬਾਹਰ ਆਏ। ਮੇਰਾ ਸਹੁਰਾ ਮੇਰੇ ਘਰਵਾਲੇ ਨਾਲ ਉਸ ਕੁੜੀ ਨੂੰ ਹਟਾਉਣ ਬਾਰੇ ਕਹਿ ਰਿਹਾ ਸੀ ਕਿ ਇਹ ਕੁੜੀ ਨੂੰ ਹਟਾਓ। ਮੈਂ ਵੀ ਸੋਚਿਆ ਸੀ ਕਿ ਮੈਂ ਵੀ ਆਪਣੇ ਘਰਵਾਲੇ ਨੂੰ ਕਹਿ ਦੇਵਾਂਗੀ ਕਿ ਮੈਂ ਆਪੇ ਪਾਪਾ ਦੀ ਰੋਟੀ ਬਣਾਵਾਂਗੀ, ਪਰ ਇਸ ਨੂੰ ਨਹੀਂ ਹਟਾਵਾਂਗੀ। ਮੇਰੇ ਘਰਵਾਲੇ ਨੇ ਪਤਾ ਨਹੀਂ ਕਿਸ ਤਰ੍ਹਾਂ ਮੇਰੇ ਸਹੁਰੇ ਨੂੰ ਮਨਾਇਆ। ਮੈਂ ਆਪਣੇ ਸਹੁਰੇ ਨੂੰ ਆਪ ਰੋਟੀ ਦਿੰਦੀ। ਮੇਰੇ ਸਹੁਰੇ ਨੇ ਮੈਨੂੰ ਕਿਹਾ, ਮੇਰਾ ਕਮਰਾ ਤੂੰ ਸਾਫ਼ ਕਰਿਆ ਕਰ, ਮੇਰੇ ਕਮਰੇ ਵਿੱਚ ਇਹ ਕੁੜੀ ਨਾ ਆਵੇ। ਮੈਂ ਕਿਹਾ, ਠੀਕ ਹੈ। ਮੈਨੂੰ ਇਹ ਸੀ ਕਿ 2-4 ਦਿਨ ਦੀ ਗੱਲ ਹੈ, ਸਭ ਠੀਕ ਹੋ ਜਾਊ। ਇੱਕ ਦਿਨ ਮੈਂ ਆਪਣੇ ਸਹੁਰੇ ਦਾ ਕਮਰਾ ਸਾਫ਼ ਕਰਨ ਗਈ ਤਾਂ ਕਾਗਜ਼ 'ਤੇ ਕੁਝ ਲਕੀਰਾਂ ਕੱਢ ਰਹੇ ਸੀ। ਮੈਨੂੰ ਵੇਖ ਕੇ ਕਾਗਜ਼ ਦਰਾਜ਼ ਵਿੱਚ ਰੱਖ ਦਿੱਤਾ ਤੇ ਕਹਿਣ ਲੱਗੇ, ਕਮਰਾ ਸਾਫ਼ ਕਰ ਦੇ। ਮੇਰੇ ਵੱਲ ਦੇਖਦੇ ਹੀ ਰਹੇ। ਮੈਨੂੰ ਬੜਾ ਅਜੀਬ ਲੱਗਿਆ। ਉਹ ਕੋਲ ਆ ਕੇ ਕਹਿਣ ਲੱਗੇ ਕਿ ਚੁੰਨੀ ਲਾ ਕੇ ਸਫਾਈ ਕਰ ਲੈ, ਗਰਮੀ ਬਹੁਤ ਹੈ, ਮੈਂ ਤਾਂ ਨਹਾਉਣ ਚੱਲਿਆ ਹਾਂ। ਮੈਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਾ ਲੱਗੀ। ਮੈਂ ਆਪਣੇ ਕਮਰੇ ਵਿੱਚ ਆਈ ਅਤੇ ਕੁੜੀ ਨੂੰ ਕਿਹਾ ਕਿ ਤੂੰ ਸੱਚ ਕਹਿ ਰਹੀ ਸੀ। ਮੈਨੂੰ ਵੀ ਇਹ ਗੱਲ ਠੀਕ ਨਹੀਂ ਸੀ ਲੱਗੀ।
ਮੈਂ ਉਸਨੂੰ ਕਿਹਾ ਕਿ ਤੂੰ ਮੇਰੀ ਮਦਦ ਕਰ ਕਿ ਇਹ ਨਿਸ਼ਾਨ ਕੌਣ ਬਣਾਉਂਦਾ ਹੈ, ਮੈਨੂੰ ਵੀ ਪਤਾ ਲੱਗੇ। ਤਾਂ ਉਸ ਕੁੜੀ ਨੇ ਮੈਨੂੰ ਹਾਂ ਕਰ ਦਿੱਤੀ ਅਤੇ ਮੈਂ ਉਸ ਕੁੜੀ ਦੀ ਮਦਦ ਲਈ ਤਿਆਰ ਹੋ ਗਈ। ਉਸ ਰਾਤ ਮੈਂ ਉਸ ਨੂੰ ਆਪਣੇ ਬੈੱਡ 'ਤੇ ਸਵਾ ਦਿੱਤਾ ਅਤੇ ਆਪ ਮੈਂ ਪਰਦੇ ਦੇ ਪਿੱਛੇ ਲੁਕ ਗਈ। ਰਾਤ ਦੇ 2 ਵਜੇ ਮੇਰਾ ਸਹੁਰਾ ਕਮਰੇ ਵਿੱਚ ਆਇਆ ਅਤੇ ਜਿੱਦਾਂ ਹੀ ਬੈੱਡ ਦੇ ਨੇੜੇ ਜਾਣ ਲੱਗਾ, ਮੈਂ ਬੱਤੀ ਜਲਾ ਦਿੱਤੀ। ਉਹ ਪਿੱਛੇ ਹਟ ਗਏ। ਇੰਨੇ ਨੂੰ 2 ਬੰਦੇ ਤੇਜ਼ਧਾਰ ਚਾਕੂਆਂ ਨਾਲ ਸਾਡੇ ਵੱਲ ਵਧੇ ਅਤੇ ਸਾਨੂੰ ਕੁਰਸੀ 'ਤੇ ਬੰਨ੍ਹ ਦਿੱਤਾ। ਅਸੀਂ ਦੋਨੋਂ ਬੇਬਸ ਹੋ ਗਏ। ਉਹ ਕੁੜੀ ਵੀ ਉਹਨਾਂ ਦੇ ਨਾਲ ਮਿਲੀ ਸੀ। ਉਹ ਮੇਰੀ ਅਲਮਾਰੀ ਵਿੱਚੋਂ ਸਮਾਨ ਚੋਰੀ ਕਰਨ ਲੱਗੇ ਅਤੇ ਅਸੀਂ ਕੁਝ ਨਹੀਂ ਕਰ ਪਾ ਰਹੇ ਸੀ। ਉਸ ਕੁੜੀ ਨੇ ਮੈਨੂੰ ਤੇ ਮੇਰੇ ਸਹੁਰੇ ਨੂੰ ਇੱਕ ਦੂਜੇ ਖਿਲਾਫ ਸ਼ੱਕ ਪਾ ਦਿੱਤਾ ਸੀ। ਮੈਂ ਰਾਤ ਨੂੰ ਕਿਸੇ ਨੂੰ ਮਿਲਣ ਜਾਂਦੀ ਹਾਂ, ਇਸ ਲਈ ਮੇਰਾ ਸਹੁਰਾ ਰਾਤ ਨੂੰ ਮੈਨੂੰ ਵੇਖਣ ਆਉਂਦਾ ਸੀ ਕਿ ਉਹ ਨਿਸ਼ਾਨ ਕੁੜੀ ਹੀ ਮੇਰੇ ਪੱਟ 'ਤੇ ਬਣਾਉਂਦੀ ਸੀ ਤੇ ਮੈਂ ਸ਼ੱਕ ਕਰਦੀ ਸੀ। ਤੇ ਉਸੀ ਰਾਤ ਮੇਰੇ ਘਰਵਾਲੇ ਨੇ ਸਾਨੂੰ ਸਰਪ੍ਰਾਈਜ਼ ਦੇਣਾ ਸੀ। ਉਹ ਸਾਨੂੰ ਬਿਨਾਂ ਦੱਸੇ ਵਾਪਸ ਆ ਗਏ ਸੀ। ਉਹਨਾਂ ਨੇ ਘਰ ਦਾ ਮੇਨ ਗੇਟ ਖੁੱਲ੍ਹਾ ਵੇਖਿਆ ਤਾਂ ਸਮਝ ਗਏ ਕਿ ਕੁਝ ਤਾਂ ਗੜਬੜ ਹੈ। ਜਿਹੜਾ ਮੇਨ ਗੇਟ ਖੁੱਲ੍ਹਾ ਹੈ, ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਨੇ ਉਹਨਾਂ ਨੂੰ ਨਾਲ ਲੈ ਗਈ। ਮੈਂ ਆਪਣੇ ਘਰਵਾਲੇ ਨੂੰ ਕਿਹਾ ਕਿ ਆਪਾਂ ਮਿਲ ਕੇ ਇੱਥੇ ਹੀ ਕੰਮ ਕਰਾਂਗੇ, ਤੁਸੀਂ ਹੁਣ ਵਿਦੇਸ਼ ਨਹੀਂ ਜਾਵੋਗੇ। ਇਸ ਤਰ੍ਹਾਂ ਅਸੀਂ ਉਸ ਤੋਂ ਬਾਅਦ ਕਦੇ ਵੀ ਆਪਣੇ ਘਰ ਵਿੱਚ ਨੌਕਰ ਨਹੀਂ ਰੱਖਿਆ। ਦੋਸਤੋ, ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਪਲੀਜ਼ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਚੈਨਲ 'ਤੇ ਨਵੇਂ ਹੋ ਸਬਸਕ੍ਰਾਈਬ ਕਰੋ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਜੀ। ਤੇ ਸਾਨੂੰ ਇਸ ਕਹਾਣੀ ਤੋਂ ਸੀਖ ਮਿਲਦੀ ਹੈ ਕਿ ਸਾਨੂੰ ਕਦੀ ਦੂਜਿਆਂ 'ਤੇ ਜ਼ਿਆਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਆਪਣਿਆਂ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਮਿਲਦੇ ਹਾਂ ਜੀ ਇੱਕ ਨਵੀਂ ਤੇ ਇਹੀ ਜੀ ਸੋਹਣੀ ਵੀਡੀਓ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।